ਹੈਲੋ ਵਿਦਿਆਰਥੀਓ, ਸਤਿ ਸ੍ਰੀ ਅਕਾਲ। ਅੱਜ ਦੀ ਆਨਲਾਈਨ ਕਲਾਸ ਵਿੱਚ ਤੁਹਾਡਾ ਸਵਾਗਤ ਹੈ। ਵਿਦਿਆਰਥੀਓ, ਅੱਜ ਅਸੀਂ ਪੜ੍ਹਨ ਜਾ ਰਹੇ ਹਾਂ ਜਮਾਤ 9ਵੀਂ ਦੀ ਪਾਠ ਪੁਸਤਕ ਵਿੱਚ ਦਰਜ ਦੰਤ ਕਥਾਵਾਂ। ਅਸੀਂ ਦੰਤ ਕਥਾਵਾਂ ਬਾਰੇ ਪੜ੍ਹਾਂਗੇ। ਪਾਠ ਆਰੰਭ ਕਰਨ ਜਾ ਰਹੇ ਹਾਂ। ਸਾਰੇ ਵਿਦਿਆਰਥੀ ਧਿਆਨ ਨਾਲ ਸੁਣਨਗੇ। ਦੰਤ ਕਥਾਵਾਂ। ਦੰਤ ਕਥਾਵਾਂ ਲੋਕ ਕਥਾਵਾਂ ਦਾ ਮਹੱਤਵਪੂਰਨ ਹਿੱਸਾ ਹਨ। ਪੰਜਾਬੀ ਲੋਕ ਸਾਹਿਤ ਵਿੱਚ ਅਨੇਕਾਂ ਦੰਤ ਕਥਾਵਾਂ ਪ੍ਰਚਲਿਤ ਹਨ। ਦੰਤ ਕਥਾ ਦਾ ਸਧਾਰਨ ਸ਼ਾਬਦਿਕ ਅਰਥ ਹੈ ਸੁਣੀ ਸੁਣਾਈ ਗੱਲ, ਕਥਾ ਜੋ ਲੋਕ ਚਰਚਾ ਦਾ ਵਿਸ਼ਾ ਬਣੀ ਹੋਵੇ। ਤਾਂ ਵਿਦਿਆਰਥੀਓ, ਕੀ ਹੈ ਦੰਤ ਕਥਾ? ਦੰਤ ਕਥਾ ਸੁਣੀ ਸੁਣਾਈ ਗੱਲ ਜਾਂ ਕਹਾਣੀ ਨੂੰ ਕਿਹਾ ਜਾਂਦਾ ਹੈ ਜੋ ਲੋਕਾਂ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਵੇ, ਉਸ ਨੂੰ ਦੰਤ ਕਥਾ ਕਿਹਾ ਜਾਂਦਾ ਹੈ। ਪਰ ਇਸ ਕਥਾ ਦਾ ਸੰਬੰਧ ਕਿਤੇ ਨਾ ਕਿਤੇ ਇਤਿਹਾਸ ਮਿਥਿਹਾਸ ਨਾਲ ਵੀ ਜੁੜਿਆ ਹੁੰਦਾ ਹੈ। ਵਣਜਾਰਾ ਬੇਦੀ ਨੇ ਆਪਣੀ ਪੁਸਤਕ ਬਾਤਾਂ ਮੁੱਢ ਕਦੀਮ ਦੀਆਂ ਵਿੱਚ ਇਸ ਸੰਬੰਧੀ ਲਿਖਿਆ ਹੈ। ਕੀ ਲਿਖਿਆ ਹੈ ਵਿਦਿਆਰਥੀਓ? ਦੰਤ ਕਥਾ ਇਤਿਹਾਸਕ ਤੱਥ ਉੱਪਰ ਆਧਾਰਿਤ ਕਿਸੇ ਇਤਿਹਾਸਕ ਵਿਅਕਤੀ, ਘਟਨਾ ਜਾਂ ਸਥਿਤੀ ਨਾਲ ਸੰਬੰਧਿਤ ਪਰੰਪਰਾਗਤ ਬਿਰਤਾਂਤ ਹੈ ਜਿਸ ਵਿੱਚ ਤੱਥ ਅਤੇ ਮਿੱਥ ਦਾ ਸੁਮੇਲ ਹੁੰਦਾ ਹੈ ਅਥਵਾ ਇਸ ਦਾ ਬਿਰਤਾਂਤ ਇਤਿਹਾਸ ਦਾ ਵਿਗੜਿਆ ਰੂਪ ਹੁੰਦਾ ਹੈ। ਇਸ ਲੋਕ ਕਥਾ ਲਈ ਦੰਦ ਕਥਾ ਸ਼ਬਦ ਵੀ ਵਰਤ ਲਿਆ ਜਾਂਦਾ ਹੈ। ਦੰਤ ਕਥਾ ਨੂੰ ਦੰਦ ਕਥਾ ਵੀ ਕਿਹਾ ਜਾਂਦਾ ਹੈ। ਸਪਸ਼ਟ ਹੈ ਕਿ ਦੰਤ ਕਥਾ ਇਤਿਹਾਸ ਮਿਥਿਹਾਸ ਦਾ ਸੁਮੇਲ ਹੁੰਦੀ ਹੈ। ਦੰਤ ਕਥਾ ਦੀ ਕਹਾਣੀ ਦਾ ਆਧਾਰ ਉਹ ਤੱਥ ਹੁੰਦੇ ਹਨ ਜੋ ਲੋਕ ਮਨ ਨੂੰ ਵਧੇਰੇ ਟੁੰਬਦੇ ਹਨ। ਇਹ ਹੌਲੀ ਹੌਲੀ ਕਹਾਣੀ ਦਾ ਰੂਪ ਧਾਰਨ ਕਰਦੇ ਪੀੜ੍ਹੀ ਦਰ ਪੀੜ੍ਹੀ ਚੱਲਦੇ ਰਹਿੰਦੇ ਹਨ। ਪੀੜ੍ਹੀ ਦਰ ਪੀੜ੍ਹੀ ਚੱਲਦੀ ਦੰਤ ਕਥਾ ਵਿੱਚ ਵਾਧੇ ਘਾਟੇ ਦੀ ਸੰਭਾਵਨਾ ਬਣੀ ਰਹਿੰਦੀ ਹੈ, ਪਰ ਮੁੱਖ ਵਿਸ਼ੇ ਨੂੰ ਕੋਈ ਫਰਕ ਨਹੀਂ ਪੈਂਦਾ, ਭਾਵ ਕੁਝ ਨਾ ਕੁਝ ਬਦਲਾਵ ਆਉਂਦਾ ਰਹਿੰਦਾ ਹੈ ਇਹਨਾਂ ਵਿੱਚ। ਇਸ ਤਰ੍ਹਾਂ ਮੂਲ ਕਹਾਣੀ ਵਿੱਚ ਲੋਕਾਂ ਦੇ ਭਾਵ, ਕਲਪਨਾ, ਵਿਸ਼ਵਾਸ, ਆਦਰਸ਼ ਆਦਿ ਨਾਲੋਂ ਨਾਲ ਸ਼ਾਮਲ ਹੁੰਦੇ ਜਾਂਦੇ ਹਨ। ਸਮੇਂ ਦੇ ਨਾਲ ਇਹਨਾਂ ਵਿੱਚ ਬਦਲਾਵ ਆਉਂਦੇ ਰਹਿੰਦੇ ਹਨ। ਹਰੇਕ ਯੁੱਗ ਵਿੱਚ ਲੋਕ ਰੁਚੀਆਂ ਮੁਤਾਬਕ ਦੰਤ ਕਥਾਵਾਂ ਦੀ ਸਿਰਜਣਾ ਹੁੰਦੀ ਰਹੀ ਹੈ। ਇਹੀ ਕਾਰਨ ਹੈ ਕਿ ਪੰਜਾਬੀ ਵਿੱਚ ਬਹੁ-ਭਾਂਤ ਦੰਤ ਕਥਾਵਾਂ ਦੀਆਂ ਵੰਨਗੀਆਂ ਮਿਲਦੀਆਂ ਹਨ। ਪ੍ਰੇਮ ਭਾਵ ਨੂੰ ਉਜਾਗਰ ਕਰਨ ਵਾਲੀਆਂ ਦੰਤ ਕਥਾਵਾਂ ਵਿੱਚ ਪ੍ਰੀਤ ਕਹਾਣੀਆਂ, ਹੀਰ ਰਾਂਝਾ, ਮਿਰਜ਼ਾ ਸਾਹਿਬਾਂ, ਸੋਹਣੀ ਮਹੀਵਾਲ ਆਦਿ ਇਹ ਪ੍ਰੀਤ ਕਹਾਣੀਆਂ ਹਨ, ਸ਼ਾਮਲ ਕੀਤੀਆਂ ਜਾ ਸਕਦੀਆਂ ਹਨ। ਇੰਝ ਹੀ ਗੋਰਖਨਾਥ, ਭਰਥਰੀ ਹਰੀ, ਗੋਪੀਨਾਥ ਆਦਿ ਨਾਲ ਸੰਬੰਧਿਤ ਕਥਾਵਾਂ ਯੋਗ ਮਤ ਦੇ ਪ੍ਰਭਾਵ ਨੂੰ ਜ਼ਾਹਰ ਕਰਦੀਆਂ ਹਨ, ਭਾਵ ਪ੍ਰਗਟ ਕਰਦੀਆਂ ਹਨ। ਰਾਜਾ ਰਸਾਲੂ, ਦੁੱਲਾ ਭੱਟੀ ਆਦਿ ਵਰਗੇ ਨਾਇਕ ਵੀਰ ਭਾਵਨਾ ਪੈਦਾ ਕਰਨ ਵਾਲੀਆਂ ਦੰਤ ਕਥਾਵਾਂ ਨਾਲ ਸੰਬੰਧਿਤ ਹਨ। ਇੰਝ ਹੋਰ ਵੀ ਅਨੇਕਾਂ ਮਿਸਾਲਾਂ ਹਨ। ਵਿਦਵਾਨਾਂ ਨੇ ਆਪਣੀ ਸੂਝ ਮੁਤਾਬਕ ਇਹਨਾਂ ਦੇ ਵਰਗ ਨਿਰਧਾਰਿਤ ਕੀਤੇ ਹਨ। ਦੰਤ ਕਥਾਵਾਂ ਦੇ ਨਾਇਕਾਂ ਵਿੱਚ ਭਰਪੂਰ ਜੀਵਨ ਸ਼ਕਤੀ, ਪ੍ਰੇਮ, ਸੰਜਮ, ਅਣਖ, ਗੈਰਤ, ਵੀਰ ਭਾਵਨਾ, ਸਾਹਸ ਆਦਿ ਦੇ ਗੁਣਾਂ ਦਾ ਸੁਮੇਲ ਹੁੰਦਾ ਹੈ। ਪੂਰਨ ਭਗਤ ਦੀ ਲੋਕ ਕਥਾ ਪੰਜਾਬ ਵਿੱਚ ਇਤਨੀ ਹਰਮਨ ਪਿਆਰੀ ਰਹੀ ਹੈ ਕਿ ਵੱਖ-ਵੱਖ ਲੇਖਕਾਂ, ਕਵੀਆਂ, ਗਾਇਕਾਂ ਆਦਿ ਨੇ ਇਸ ਨੂੰ ਆਪਣੇ ਆਪਣੇ ਦ੍ਰਿਸ਼ਟੀਕੋਣ ਤੋਂ ਬਿਆਨ ਕੀਤਾ ਹੈ। ਕਿੱਸਾਕਾਰ ਕਾਦਰ ਯਾਰ ਨੇ ਕਿੱਸੇ ਦੇ ਰੂਪ ਵਿੱਚ ਨਿਵੇਕਲਾ ਰੰਗ ਭਰਿਆ ਹੈ। ਕਵੀ ਪ੍ਰੋਫੈਸਰ ਪੂਰਨ ਸਿੰਘ ਤੇ ਸ਼ਿਵ ਕੁਮਾਰ ਬਟਾਲਵੀ ਨੇ ਆਪਣੇ ਕਾਵਿ ਭਾਵਾਂ ਜ਼ਰੀਏ ਇਸ ਨੂੰ ਬਿਆਨ ਕਰਨ ਦਾ ਉਦਮ ਕੀਤਾ ਹੈ। ਅਨੇਕਾਂ ਗਾਇਕਾਂ ਨੇ ਇਸ ਨੂੰ ਗਾ ਕੇ ਸਰੋਤਿਆਂ ਦੇ ਸਨਮੁਖ ਕੀਤਾ ਹੈ, ਭਾਵ ਸਰੋਤਿਆਂ ਤੱਕ ਪਹੁੰਚਾਇਆ ਹੈ। ਨਿਰਸੰਦੇਹ ਹਰੇਕ ਰਚਨਾਕਾਰ ਨੇ ਇਸ ਕਥਾ ਦੇ ਵਿਭਿੰਨ ਪਹਿਲੂਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਿਸੇ ਵਿਸ਼ੇਸ਼ ਪੱਖ ਰਾਹੀਂ ਦੂਸਰਿਆਂ ਤੋਂ ਅੱਡ ਕਰਨ ਦਾ ਉਦਮ ਕੀਤਾ ਹੈ। ਤਾਂ ਪੂਰਨ ਭਗਤ ਦੀ ਕਥਾ ਵਿਦਿਆਰਥੀਓ ਪੰਜਾਬ ਵਿੱਚ ਬਹੁਤ ਜ਼ਿਆਦਾ ਪ੍ਰਚਲਿਤ ਅਤੇ ਪ੍ਰਸਿੱਧ ਹੈ ਅਤੇ ਬਹੁਤ ਲੇਖਕਾਂ, ਕਵੀਆਂ ਅਤੇ ਗਾਇਕਾਂ, ਗਾਉਣ ਵਾਲਿਆਂ ਨੇ ਇਹਨੂੰ ਵੱਖ-ਵੱਖ ਤਰੀਕੇ ਨਾਲ ਪੇਸ਼ ਕਰਕੇ ਚੰਗੇ ਤੋਂ ਚੰਗਾ ਪੇਸ਼ ਕਰਨ ਦਾ ਯਤਨ ਕੀਤਾ ਹੈ। ਇਸ ਪਾਠ ਪੁਸਤਕ ਵਿੱਚ ਵਿਦਿਆਰਥੀਆਂ ਦੇ ਗਿਆਨ ਬੋਧ ਨੂੰ ਗਿਆਨ ਵਿੱਚ ਰੱਖਦਿਆਂ ਪੂਰਨ ਭਗਤ ਅਤੇ ਦੁੱਲੇ ਭੱਟੀ ਬਾਰੇ ਦੰਤ ਕਥਾ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ। ਤਾਂ ਆਪਣੀ ਇਸ ਪਾਠ ਪੁਸਤਕ ਵਿੱਚ ਵਿਦਿਆਰਥੀ ਦੁੱਲੇ ਭੱਟੀ ਦੀ ਕਥਾ ਅਤੇ ਪੂਰਨ ਭਗਤ ਦੀ ਕਥਾ, ਦੰਦ ਕਥਾ ਹੈ ਜੋ ਸਾਡੇ ਸਮੁੱਖ ਰੱਖੀ ਗਈ ਹੈ। ਤਾਂ ਅਸੀਂ ਵਿਦਿਆਰਥੀਓ ਪਹਿਲਾਂ ਸਾਡੀ ਜੋ ਪਹਿਲੀ ਦੰਦ ਕਥਾ ਹੈ ਪੂਰਨ ਭਗਤ ਦੀ ਕਥਾ, ਇਹ ਅਸੀਂ ਪੜ੍ਹਾਂਗੇ। ਸਾਰੇ ਵਿਦਿਆਰਥੀ ਧਿਆਨ ਦੇਣਗੇ। ਪੂਰਨ ਭਗਤ
ਬਾਰੇ ਤੁਸੀਂ ਸੁਣਿਆ ਹੋਵੇਗਾ ਵਿਦਿਆਰਥੀਓ। ਜੇ ਨਹੀਂ ਵੀ ਸੁਣਿਆ ਤਾਂ ਇਸ ਪਾਠ ਦੇ ਵਿੱਚ ਅਸੀਂ ਪੜ੍ਹਾਂਗੇ। ਰਾਜਾ ਸਲਵਾਨ ਸਿਆਲਕੋਟ ਦਾ ਰਾਜਾ ਸੀ। ਇੱਛਰਾਂ ਅਤੇ ਲੂਣਾ ਉਸ ਦੀਆਂ ਦੋ ਪਤਨੀਆਂ ਸਨ। ਸਲਵਾਨ ਨਾਂ ਦਾ ਰਾਜਾ ਸਿਆਲਕੋਟ ਦਾ ਰਾਜਾ ਸੀ। ਇੱਛਰਾਂ ਅਤੇ ਲੂਣਾ ਦੋਵੇਂ ਉਸ ਦੀਆਂ ਪਤਨੀਆਂ ਸਨ। ਇੱਛਰਾਂ ਦੀ ਕੁੱਖੋਂ ਬਾਲਕ ਪੂਰਨ ਨੇ ਜਦੋਂ ਜਨਮ ਲਿਆ ਤਾਂ ਜੋਤੀਸ਼ਾਂ ਨੇ ਵਹਿਮ ਭਰਮ ਪਾ ਦਿੱਤਾ ਕਿ ਇਹ ਬਾਲਕ 12 ਸਾਲ ਤੱਕ ਪਰਿਵਾਰ ਲਈ ਅਸ਼ੁਭ ਹੋਵੇਗਾ। ਤਾਂ ਪੂਰਨ ਭਗਤ ਸੀ ਜੋ ਉਸ ਦੀ ਮਾਤਾ ਦਾ ਨਾਂ ਇੱਛਰਾਂ ਸੀ। ਰਾਜਾ ਇਹ ਸੁਣਦਿਆਂ ਪਰੇਸ਼ਾਨ ਹੋ ਗਿਆ। ਕਾਫੀ ਵਿਚਾਰ ਕਰਨ ਬਾਅਦ ਉਸਨੇ ਸੋਚਿਆ ਕਿ ਕਿਉਂ ਨਾ ਇਸ ਨੂੰ 12 ਵਰ੍ਹੇ ਭੋਰੇ ਵਿੱਚ ਰੱਖਿਆ ਜਾਵੇ। ਉਸਨੇ ਆਪਣੇ ਕਰਿੰਦਿਆਂ ਨੂੰ, ਭਾਵ ਜੋ ਕੰਮ ਕਰਨ ਵਾਲੇ ਹਨ, ਨੂੰ ਹੁਕਮ ਦਿੱਤਾ ਕਿ ਇਸ ਨੂੰ 12 ਵਰ੍ਹੇ ਭੋਰੇ ਵਿੱਚ ਰੱਖ ਦਿੱਤਾ ਜਾਵੇ। ਉਹਨਾਂ ਨੇ ਹੁਕਮ ਮੰਨਦਿਆਂ ਅਜਿਹਾ ਹੀ ਕੀਤਾ। ਇੰਝ ਉਹ ਬਾਲਕ 12 ਵਰ੍ਹੇ ਭੋਰੇ ਵਿੱਚ ਹੀ ਰਿਹਾ, ਭਾਵ ਗੁਪਤ ਸਥਾਨ ਵਿੱਚ ਰੱਖਿਆ ਗਿਆ ਉਸਨੂੰ, ਕਿ ਉਹ ਪਰਿਵਾਰ ਤੋਂ ਅਲੱਗ ਰਹੇ। ਤਾਂ ਪਹਿਲਾਂ ਪੁਰਾਣੇ ਸਮਿਆਂ ਦੇ ਵਿੱਚ ਵਿਦਿਆਰਥੀਓ ਜੋਤਿਸ਼ਾਂ ਨੂੰ ਦਿਖਾ ਕੇ ਅਤੇ ਉਹਨਾਂ ਦੇ ਵਹਿਮਾਂ ਭਰਮਾਂ ਵਿੱਚ ਪੈ ਜਾਂਦੇ ਸਨ ਲੋਕ, ਅਤੇ ਅਜਿਹੇ ਕਦਮ ਵੀ ਚੁੱਕ ਲੈਂਦੇ ਸਨ ਜੋ ਕਿਸੇ ਦੀ ਜ਼ਿੰਦਗੀ ਲਈ ਅੱਛੇ ਨਹੀਂ ਹੁੰਦੇ ਸਨ। ਜਿਵੇਂ ਕਿ ਪੂਰਨ ਭਗਤ ਦੇ ਨਾਲ ਹੋਇਆ, ਉਸਨੂੰ ਪਰਿਵਾਰ ਤੋਂ ਵੱਖ ਰੱਖਿਆ ਗਿਆ। ਇਹ ਵਹਿਮ ਮਨ ਦੇ ਵਿੱਚ ਹੋ ਗਿਆ ਕਿ ਉਸ ਨਾਲ ਪਰਿਵਾਰ ਵਿੱਚ ਕੁਝ ਨੁਕਸਾਨ ਹੋਵੇਗਾ। ਤਾਂ ਇਹ ਪੁਰਾਣੇ ਸਮਿਆਂ ਵਿੱਚ ਅਜਿਹੀਆਂ ਘਟਨਾਵਾਂ ਬਹੁਤ ਜ਼ਿਆਦਾ ਹੁੰਦੀਆਂ ਸਨ। 12 ਵਰ੍ਹੇ ਬੀਤਣ ਬਾਅਦ ਜਿਉਂ ਹੀ ਉਹ ਭੋਰੇ ਤੋਂ ਬਾਹਰ ਆ ਕੇ ਪਿਤਾ ਸਲਵਾਨ ਨੂੰ ਮਿਲਣ ਗਿਆ ਤਾਂ ਪੁੱਤ ਨੂੰ ਵੇਖ ਕੇ ਪਿਤਾ ਨੂੰ ਚਾਅ ਚੜ੍ਹ ਗਿਆ। ਉਸਨੇ ਪੂਰਨ ਨੂੰ ਕਿਹਾ, ਜਾ ਬੱਚਾ, ਪਹਿਲਾਂ ਆਪਣੀਆਂ ਮਾਵਾਂ ਨੂੰ ਮਿਲ ਕੇ ਆ। ਪਹਿਲਾਂ ਰਾਣੀ ਲੂਣਾ ਕੋਲ ਜਾਵੀਂ, ਫਿਰ ਰਾਣੀ ਇੱਛਰਾਂ ਕੋਲ। ਦੋਨਾਂ ਤੋਂ ਪਿਆਰ ਆਸ਼ੀਰਵਾਦ ਲੈ, ਖੁਸ਼ ਰਹਿ। ਆਪਣੇ ਪਿਤਾ ਦੀ ਆਗਿਆ ਦਾ ਪਾਲਣ ਕਰਦੇ ਹੋਏ ਜਿਉਂ ਹੀ ਪੂਰਨ ਮਾਂ ਲੂਣਾ ਕੋਲ ਪਹੁੰਚਿਆ, ਉਹ ਜਵਾਨ ਸੁੰਦਰ ਪੂਰਨ ਨੂੰ ਦੇਖ ਕੇ ਉਸ ਉੱਪਰ ਮੋਹਿਤ ਹੋ ਗਈ ਅਤੇ ਉਹ ਉਸਨੂੰ ਪੁੱਤ ਦੀ ਬਜਾਏ ਪ੍ਰੇਮੀ ਸਮਝਣ ਲੱਗੀ। ਪੂਰਨ ਨੂੰ ਇਹ ਦੇਖ ਕੇ ਨਿਰਾਸ਼ਾ ਹੋਈ। ਉਹ ਨਿਰਾਸ਼ ਹੋ ਕੇ ਲੂਣਾ ਦੇ ਮਹਿਲ ਵਿੱਚੋਂ ਭੱਜ ਆਇਆ। ਲੂਣਾ ਨੇ ਇਸ ਦਾ ਬੁਰਾ ਮਨਾਇਆ ਅਤੇ ਬਦਲਾ ਲੈਣ ਬਾਰੇ ਸੋਚਣ ਲੱਗੀ। ਜਿਉਂ ਹੀ ਪੂਰਨ ਲੂਣਾ ਦੇ ਮਹਿਲ 'ਚੋਂ ਬਾਹਰ ਨਿਕਲਿਆ, ਲੂਣਾ ਨੇ ਇੱਕ ਚਾਲ ਚੱਲੀ। ਉਸਨੇ ਆਪਣੇ ਵਾਲ ਖਿਲਾਰ ਲਏ, ਕੱਪੜੇ ਪਾੜ ਲਏ, ਉੱਚੀ ਉੱਚੀ ਰੋਣ ਲੱਗੀ। ਸਲਵਾਨ ਨੇ ਪੁੱਛਿਆ, ਕੀ ਹੋਇਆ ਲੂਣਾ, ਤੂੰ ਰੋ ਕਿਉਂ ਰਹੀ ਹੈ? ਲੂਣਾ ਨੇ ਝੂਠੀ ਕਹਾਣੀ ਘੜੀ ਅਤੇ ਕਹਿਣ ਲੱਗੀ, ਰਾਜਾ ਜੀ, ਪੂਰਨ ਮੇਰੀ ਸੁੰਦਰਤਾ ਵੇਖ ਕੇ ਮਾਂ ਪੁੱਤ ਦੀ ਮਰਿਆਦਾ ਭੁੱਲ ਬੈਠਾ। ਝੂਠੀ ਤੁਹਮਤ ਪੂਰਨ ਉੱਤੇ ਲਾ ਦਿੱਤੀ ਗਈ ਲੂਣਾ ਦੇ ਦੁਆਰਾ। ਇਤਨੀ ਗੱਲ ਸੁਣਦਿਆਂ ਹੀ ਰਾਜੇ ਦਾ ਗੁੱਸਾ ਭਖ ਗਿਆ। ਉਸਨੇ ਝੱਟ ਜਲਾਦਾਂ ਨੂੰ ਬੁਲਾ ਕੇ ਹੁਕਮ ਦਿੱਤਾ ਕਿ ਪੂਰਨ ਨੂੰ ਜਾਨੋਂ ਮਾਰ ਕੇ ਖੂਹ ਵਿੱਚ ਸੁੱਟ ਦਿੱਤਾ ਜਾਵੇ। ਪੂਰਨ ਵਿਚਾਰਾ ਨਿਰਦੋਸ਼ ਸੀ। ਜਲਾਦ ਇਹ ਜਾਣਦੇ ਸੀ। ਉਹਨਾਂ ਨੇ ਪੂਰਨ ਨੂੰ ਜਾਨੋਂ ਮਾਰਨ ਦੀ ਬਜਾਏ ਉਸਦੇ ਹੱਥ ਪੈਰ ਵੱਢ ਕੇ ਉਸਨੂੰ ਖੂਹ ਵਿੱਚ ਸੁੱਟ ਦਿੱਤਾ। ਖੂਨ ਨਾਲ ਲਿਬੜੇ ਕੱਪੜੇ ਰਾਜੇ ਨੂੰ ਦਿਖਾ ਦਿੱਤੇ ਤਾਂ ਜੋ ਰਾਜੇ ਨੂੰ ਸੰਤੁਸ਼ਟੀ ਹੋ ਸਕੇ। ਜਾਕੋ ਰਾਖੇ ਸਾਈਆਂ, ਮਾਰ ਸਕੇ ਨਾ ਕੋਈ, ਕਹਾਵਤ ਵਾਂਗ ਕੁਦਰਤੀ ਉੱਥੋਂ ਜੋਗੀਆਂ ਦੀ ਟੋਲੀ ਖੂਹ ਕੋਲੋਂ ਲੰਘੀ। ਉਹਨਾਂ ਨੇ ਖੂਹ ਵਿੱਚੋਂ ਕਿਸੇ ਦੇ ਚੀਕਣ ਦੀ ਆਵਾਜ਼ ਸੁਣੀ। ਪੂਰਨ ਨੇ ਹੱਡ-ਬੀਤੀ ਸੁਣਾਈ। ਗੁਰੂ ਗੋਰਖਨਾਥ ਨੇ ਪੂਰਨ ਨੂੰ ਕਿਹਾ, ਜੇਕਰ ਤੂੰ ਸੱਚਾ ਹੈ ਤਾਂ ਮੈਂ ਤੇਰਾ ਇਮਤਿਹਾਨ ਲਵਾਂਗਾ। ਇਮਤਿਹਾਨ ਮਤਲਬ ਪ੍ਰੀਖਿਆ ਨੂੰ ਕਿਹਾ ਜਾਂਦਾ ਹੈ ਵਿਦਿਆਰਥੀਓ। ਪੂਰਨ ਨੇ ਪੁੱਛਿਆ ਕਿ ਦੱਸੋ ਕੀ ਇਮਤਿਹਾਨ ਲੈਣਾ? ਗੋਰਖਨਾਥ ਨੇ ਕਿਹਾ, ਮੈਂ ਸੂਤ ਦਾ ਕੱਚਾ ਧਾਗਾ ਖੂਹ 'ਚ ਲਮਕਾਉਂਦਾ ਹਾਂ। ਸੂਤ ਕਿਹਾ ਜਾਂਦਾ ਹੈ ਜੋ ਚਰਖੇ ਨਾਲ ਕੱਤਿਆ ਜਾਂਦਾ ਹੈ। ਜੇਕਰ ਤੂੰ ਬਾਹਰ ਆ ਗਿਆ ਤਾਂ ਸੱਚਾ ਹੈ, ਨਹੀਂ ਤਾਂ ਝੂਠਾ। ਇਹ ਪ੍ਰੀਖਿਆ ਪੂਰਨ ਦੀ ਲਈ ਗਈ ਗੁਰੂ ਗੋਰਖਨਾਥ ਦੁਆਰਾ। ਉਹਨਾਂ ਨੇ ਕਿਹਾ ਕਿ ਮੈਂ ਸੂਤ ਦਾ ਕੱਚਾ ਧਾਗਾ ਖੂਹ ਦੇ ਵਿੱਚ ਲਮਕਾ ਦਿੰਦਾ ਹਾਂ, ਉਸ ਦੇ ਰਸਤੇ ਤੈਨੂੰ ਬਾਹਰ ਆਉਣਾ ਹੈ। ਅਗਰ ਤੂੰ ਸੱਚਾ ਹੈ ਤਾਂ ਬਾਹਰ ਆ ਸਕਦਾ ਹਾਂ। ਕੱਚਾ ਧਾਗਾ ਜੋ ਬਿਲਕੁਲ ਥੋੜ੍ਹੇ ਜਿਹੇ ਨਾਲ ਹੀ ਟੁੱਟ ਜਾਂਦਾ ਹੈ, ਉਹ ਲਮਕਾਇਆ। ਉਸਨੇ ਹਾਂ ਕਰ ਦਿੱਤੀ। ਕਿਉਂਕਿ ਪੂਰਨ ਸੱਚਾ ਸੀ, ਉਹਨੇ ਫਿਰ ਵੀ ਹਾਂ ਕੀਤੀ ਅਤੇ ਉਹ ਹੌਲੀ ਹੌਲੀ ਖੂਹ 'ਚੋਂ ਬਾਹਰ ਆ ਗਿਆ ਧਾਗੇ ਦੇ ਸਹਾਰੇ। ਉਸ ਦੀ ਸੱਚਾਈ ਵੇਖ ਕੇ ਗੋਰਖਨਾਥ ਨੇ ਉਸਨੂੰ ਠੀਕ ਕਰ ਦਿੱਤਾ। ਗੋਰਖਨਾਥ ਤੋਂ ਆਸ਼ੀਰਵਾਦ ਲੈ ਕੇ ਪੂਰਨ ਜੋਗੀ ਬਣ ਗਿਆ। ਤਾਂ ਗੁਰੂ ਗੋਰਖਨਾਥ ਨੇ ਉਸਨੂੰ ਠੀਕ ਕਰ ਦਿੱਤਾ। ਉਸਦੀ ਸੱਚਾਈ ਨੂੰ ਦੇਖ ਕੇ ਉਹ ਬਿਲਕੁਲ ਤੰਦਰੁਸਤ ਹੋ ਗਿਆ। ਜੋਗੀਆਂ ਨਾਲ ਰਹਿਣ ਕਰਕੇ ਉਹ ਰੋਜ਼ ਵੱਖ-ਵੱਖ ਥਾਵਾਂ 'ਤੇ ਭਿੱਖਿਆ ਲੈਣ ਜਾਂਦਾ। ਇੱਕ ਦਿਨ ਰਾਣੀ ਸੁੰਦਰਾ ਦੇ ਘਰ ਭਿੱਖਿਆ ਮੰਗਣ ਗਿਆ ਤਾਂ ਉਹ ਪੂਰਨ ਨੂੰ ਵੇਖਦਿਆਂ ਹੀ ਸਭ ਕੁਝ ਭੁੱਲ ਬੈਠੀ।
ਉਸਨੇ ਮੋਤੀਆਂ ਦਾ ਬਾਲ ਪੂਰਨ ਦੀ ਝੋਲੀ 'ਚ ਪਾ ਦਿੱਤਾ। ਮੋਤੀਆਂ ਦਾ ਥਾਲ ਪੂਰਨ ਦੀ ਝੋਲੀ 'ਚ ਪਾ ਦਿੱਤਾ। ਗੋਰਖਨਾਥ ਨੇ ਪੂਰਨ ਦੀ ਭਿੱਖਿਆ ਦੇਖ ਕੇ ਕਿਹਾ, ਸਾਨੂੰ ਹੀਰੇ ਮੋਤੀ ਨਹੀਂ ਭੇਜਣ, ਭੋਜਨ ਚਾਹੀਦਾ ਹੈ। ਪੂਰਨ ਹੀਰੇ ਮੋਤੀ ਵਾਪਸ ਕਰਨ ਰਾਣੀ ਸੁੰਦਰਾ ਕੋਲ ਚਲਾ ਗਿਆ ਅਤੇ ਰਾਣੀ ਸੁੰਦਰਾ ਕੋਲ ਜਾ ਕੇ ਭੋਜਨ ਦੀ ਮੰਗ ਕੀਤੀ। ਸੁੰਦਰਾ ਨੇ ਤਰ੍ਹਾਂ ਤਰ੍ਹਾਂ ਦੇ ਭੋਜਨ ਤਿਆਰ ਕੀਤੇ ਅਤੇ ਗੋਰਖਨਾਥ ਦੇ ਟਿੱਲੇ 'ਤੇ ਆਣ ਪਹੁੰਚੀ। ਉਹਨੇ ਪਿਆਰ ਸਤਿਕਾਰ ਨਾਲ ਸਾਰਿਆਂ ਨੂੰ ਭੋਜਨ ਛਕਾਇਆ। ਉਸਦੀ ਸੇਵਾ ਭਾਵਨਾ ਦੇਖ ਕੇ ਗੋਰਖਨਾਥ ਵੀ ਹੈਰਾਨ ਰਹਿ ਗਿਆ। ਉਸਨੇ ਸੁੰਦਰਾ ਨੂੰ ਕਿਹਾ, ਕੋਈ ਵਰਦਾਨ ਮੰਗ। ਸੁੰਦਰਾ ਨੇ ਕਿਹਾ, ਤੁਹਾਡੀ ਕਿਰਪਾ ਹੋਵੇਗੀ, ਮੈਨੂੰ ਪੂਰਨ ਦੇ ਦਿਓ। ਗੋਰਖਨਾਥ ਨੇ ਖੁਸ਼ ਹੋ ਕੇ ਵਰਦਾਨ ਸਵੀਕਾਰ ਕਰ ਲਿਆ ਅਤੇ ਪੂਰਨ ਅਤੇ ਸੁੰਦਰਾ ਨੂੰ ਗ੍ਰਹਸਥੀ ਜੀਵਨ ਬਤੀਤ ਕਰਨ ਲਈ ਆਸ਼ੀਰਵਾਦ ਦੇ ਦਿੱਤਾ। ਪੂਰਨ ਨੂੰ ਇਹ ਸਾਰਾ ਕੁਝ ਅਜੀਬ ਜਿਹਾ ਲੱਗਿਆ। ਸੁੰਦਰਾ ਨੇ ਪੂਰਨ ਨੂੰ ਨਾ ਖੁਸ਼ ਦੇਖ ਕੇ ਮਾਯੂਸੀ ਮਹਿਸੂਸ ਕੀਤੀ ਅਤੇ ਪੂਰਨ ਵਾਪਸ ਗੋਰਖਨਾਥ ਕੋਲ ਆ ਗਿਆ। ਕਿੰਨੇ ਸਮੇਂ ਬਾਅਦ ਉਹ ਸਿਆਲਕੋਟ ਆਇਆ। ਹੁਣ ਸਾਰੇ ਉਸਨੂੰ ਭਗਤ ਪੂਰਨ ਕਹਿਣ ਲੱਗ ਪਏ ਸਨ। ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਉਹ ਬਾਗ ਜਿੱਥੇ ਪੂਰਨ ਠਹਿਰਿਆ ਸੀ ਉਹ ਹਰਾ ਹੋ ਗਿਆ ਸੀ। ਉਹਦੀ ਮਾਂ ਇੱਛਰਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਸੀ। ਉਹ ਅੰਨ੍ਹੀ ਹੋ ਗਈ ਸੀ। ਜਦੋਂ ਉਸਨੂੰ ਪਤਾ ਲੱਗਾ ਕਿ ਭਗਤ ਪੂਰਨ ਸਿਆਲਕੋਟ ਆਇਆ ਹੈ ਤਾਂ ਉਸਦੇ ਦਰਸ਼ਨਾਂ ਲਈ ਆਈ। ਜਿਉਂ ਹੀ ਪੂਰਨ ਦੀ ਆਵਾਜ਼ ਸੁਣੀ, ਉਸਨੇ ਝੱਟ ਪਛਾਣ ਲਿਆ ਅਤੇ ਉਸਦੀਆਂ ਅੱਖਾਂ ਦੀ ਰੋਸ਼ਨੀ ਦੁਬਾਰਾ ਆ ਗਈ। ਇਸੇ ਤਰ੍ਹਾਂ ਲੂਣਾ ਦੇ ਘਰ ਵੀ ਕੋਈ ਔਲਾਦ ਨਹੀਂ ਸੀ। ਉਹ ਵੀ ਰੋਂਦੀ ਰੋਂਦੀ ਪੂਰਨ ਕੋਲ ਆ ਪਹੁੰਚੀ। ਪੂਰਨ ਭਗਤ ਨੇ ਕਿਹਾ, ਤੇਰੇ ਕੋਲ ਤਾਂ ਪਹਿਲਾਂ ਹੀ ਪੁੱਤਰ ਹੈ, ਹੁਣ ਤੂੰ ਕੀ ਲੈਣ ਆਈ ਹੈ? ਪਹਿਲਾਂ ਤਾਂ ਲੂਣਾ ਨੇ ਝੂਠ ਬੋਲਿਆ, ਫਿਰ ਹੌਲੀ ਹੌਲੀ ਮੰਨ ਗਈ ਅਤੇ ਆਪਣੇ ਕੀਤੇ ਗੁਨਾਹ ਦਾ ਪਛਤਾਵਾ ਮੰਨਿਆ। ਤਦ ਫਿਰ ਪੂਰਨ ਨੇ ਆਸ਼ੀਰਵਾਦ ਦਿੱਤਾ ਕਿ ਉਸਦੇ ਘਰ ਪੁੱਤਰ ਹੀ ਹੋਵੇਗਾ। ਉਹ ਵੱਡਾ ਹੋ ਕੇ ਸੂਰਬੀਰ ਬਣੇਗਾ। ਕੁਝ ਚਿਰ ਪਿੱਛੋਂ ਲੂਣਾ ਦੇ ਘਰ ਇੱਕ ਪੁੱਤ ਨੇ ਜਨਮ ਲਿਆ ਜੋ ਰਾਜਾ ਰਸਾਲੂ ਦੇ ਨਾਂ ਨਾਲ ਪ੍ਰਸਿੱਧ ਹੋਇਆ। ਸਲਵਾਨ ਨੂੰ ਜਦੋਂ ਪੂਰਨ ਭਗਤ ਨੇ ਸਾਰੀ ਹੱਡ-ਬੀਤੀ ਸੁਣਾਈ ਤਾਂ ਸਲਵਾਨ ਨੇ ਪੂਰਨ ਭਗਤ ਨੂੰ ਕਿਹਾ ਕਿ ਉਹ ਸਾਰਾ ਰਾਜ ਭਾਗ ਸੰਭਾਲੇ। ਪਰ ਪੂਰਨ ਨੇ ਨਿਮਰਤਾ ਨਾਲ ਕਿਹਾ, ਮੈਨੂੰ ਮਾਇਆ ਨਾਲ ਮੋਹ ਨਹੀਂ। ਕੁਝ ਦਿਨ ਮਾਂ ਪਿਓ ਕੋਲ ਗੁਜ਼ਾਰਨ ਤੋਂ ਬਾਅਦ ਉਹ ਅੱਗੇ ਚਲਾ ਗਿਆ। ਕਹਿਣ ਲੱਗਿਆ, ਜੋਗੀ ਚੱਲਦੇ ਭਲੇ ਨਗਰ ਵਸਦੇ ਭਲੇ। ਤਾਂ ਪੂਰਨ ਨੇ ਰਾਜ ਭਾਗ ਦੇ ਮੋਹ ਨੂੰ ਅਪਣਾਇਆ ਨਹੀਂ ਅਤੇ ਛੱਡ ਦਿੱਤਾ। ਵਿਦਿਆਰਥੀਓ, ਅਸੀਂ ਪਾਠ ਪੜ੍ਹਿਆ। ਹੁਣ ਅਸੀਂ ਇਸ ਦੇ ਪ੍ਰਸ਼ਨ ਉੱਤਰ ਹੱਲ ਕਰਾਂਗੇ। ਇਸ ਪਾਠ ਦੇ ਅਭਿਆਸ ਪ੍ਰਸ਼ਨ ਨੰਬਰ 1, ਕਿਸ ਕਿੱਸਾਕਾਰ ਨੇ ਪੂਰਨ ਭਗਤ ਦੀ ਕਥਾ ਨੂੰ ਆਧਾਰ ਬਣਾ ਕੇ ਕਿੱਸਾ ਲਿਖਿਆ ਹੈ? ਤਾਂ ਅਸੀਂ ਪਾਠ ਵਿੱਚ ਪੜ੍ਹਿਆ ਹੈ ਵਿਦਿਆਰਥੀਓ, ਕਾਦਰਯਾਰ ਕਿੱਸਾਕਾਰ ਨੇ। ਇਸ ਦਾ ਉੱਤਰ ਕਾਦਰਯਾਰ ਹੋਵੇਗਾ। ਸਾਡਾ ਪ੍ਰਸ਼ਨ ਨੰਬਰ 2 ਹੈ, ਰਾਜਾ ਸਲਵਾਨ ਕਿੱਥੋਂ ਦਾ ਰਾਜਾ ਸੀ? ਤਾਂ ਰਾਜਾ ਸਲਵਾਨ ਸਿਆਲਕੋਟ ਦਾ ਰਾਜਾ ਸੀ। ਪੂਰਨ ਭਗਤ ਨੇ ਜਨਮ ਸਮੇਂ ਜੋਤੀਸ਼ਾਂ ਨੇ ਕੀ ਵਹਿਮ ਭਰਮ ਪਾਇਆ? ਪੂਰਨ ਭਗਤ ਦੇ ਜਨਮ ਸਮੇਂ ਜੋਤੀਸ਼ਾਂ ਨੇ ਰਾਜੇ ਨੂੰ ਵਹਿਮ ਭਰਮ ਇਹ ਪਾਇਆ ਕਿ ਬਾਲਕ 12 ਸਾਲਾਂ ਤੱਕ ਪਰਿਵਾਰ ਲਈ ਅਸ਼ੁਭ ਹੋਵੇਗਾ। ਪ੍ਰਸ਼ਨ ਨੰਬਰ 4 ਹੈ ਸਾਡਾ ਵਿਦਿਆਰਥੀਓ, ਰਾਣੀ ਲੂਣਾ ਨੇ ਪੂਰਨ ਭਗਤ ਨਾਲ ਕਿਹੋ ਜਿਹਾ ਵਿਵਹਾਰ ਕੀਤਾ? ਤਾਂ ਅਸੀਂ ਪਾਠ ਵਿੱਚ ਪੜ੍ਹਿਆ ਹੈ ਵਿਦਿਆਰਥੀਓ, ਰਾਣੀ ਲੂਣਾ ਨੇ ਪੂਰਨ ਭਗਤ ਨਾਲ ਬਹੁਤ ਭੈੜਾ ਵਿਵਹਾਰ ਕੀਤਾ ਅਤੇ ਜਦੋਂ ਪੂਰਨ ਰਾਣੀ ਲੂਣਾ ਨੂੰ ਮਿਲਣ ਗਿਆ ਤਾਂ ਉਹ ਪੂਰਨ ਦੀ ਸੁੰਦਰਤਾ ਵੇਖ ਕੇ ਉਸ 'ਤੇ ਮੋਹਿਤ ਹੋ ਗਈ ਅਤੇ ਉਸਨੂੰ ਪੁੱਤਰ ਦੇ ਬਜਾਏ ਪ੍ਰੇਮੀ ਸਮਝਣ ਲੱਗੀ। ਪੂਰਨ ਨਿਰਾਸ਼ ਹੋ ਕੇ ਉਸ ਦੇ ਮਹਿਲ 'ਚੋਂ ਜਦੋਂ ਬਾਹਰ ਆਇਆ ਤਾਂ ਲੂਣਾ ਨੇ ਉਸ ਤੋਂ ਬਦਲਾ ਲੈਣ ਲਈ ਉਸ 'ਤੇ ਝੂਠੀ ਤੁਹਮਤ ਲਾਈ ਅਤੇ ਰਾਜੇ ਨੂੰ ਕਿਹਾ ਕਿ ਪੂਰਨ ਉਸ ਦੀ ਸੁੰਦਰਤਾ ਦੇਖ ਕੇ ਉਸ 'ਤੇ ਮੋਹਿਤ ਹੋ ਗਿਆ ਅਤੇ ਮਾਂ ਪੁੱਤ ਦੀ ਮਰਿਆਦਾ ਭੁੱਲ ਬੈਠਾ ਹੈ। ਸਾਡਾ ਪ੍ਰਸ਼ਨ ਨੰਬਰ 5 ਹੈ, ਗੋਰਖਨਾਥ ਜੋਗੀ ਨੇ ਪੂਰਨ ਭਗਤ ਦਾ ਇਮਤਿਹਾਨ ਕਿਵੇਂ ਲਿਆ? ਤਾਂ ਅਸੀਂ ਪਾਠ 'ਚ ਪੜ੍ਹਿਆ ਹੈ ਵਿਦਿਆਰਥੀ, ਇਸ ਦਾ ਉੱਤਰ ਹੋਵੇਗਾ, ਗੋਰਖਨਾਥ ਨੇ ਖੂਹ ਦੇ ਵਿੱਚ ਸੂਤ ਦਾ ਕੱਚਾ ਧਾਗਾ ਲਮਕਾਇਆ ਅਤੇ ਪੂਰਨ ਭਗਤ ਨੂੰ ਕਿਹਾ ਕਿ ਜੇਕਰ ਤੂੰ ਬਾਹਰ ਆ ਗਿਆ ਤਾਂ ਤੂੰ ਸੱਚਾ ਹੈ, ਜੇ ਨਹੀਂ ਬਾਹਰ ਨਿਕਲ ਸਕਿਆ ਧਾਗੇ ਦੇ ਸਹਾਰੇ ਤਾਂ ਤੂੰ ਝੂਠਾ ਹੋਵੇਗਾ। ਸਾਡਾ ਪ੍ਰਸ਼ਨ ਨੰਬਰ 6 ਹੈ, ਰਾਣੀ ਸੁੰਦਰਾ ਨੇ ਕੀ ਵਰਦਾਨ ਮੰਗਿਆ? ਤਾਂ ਰਾਣੀ ਸੁੰਦਰਾ ਨੇ ਗੁਰੂ ਗੋਰਖਨਾਥ ਕੋਲੋਂ ਵਰਦਾਨ ਵਿੱਚ ਪੂਰਨ ਨੂੰ ਮੰਗਿਆ ਕਿ ਉਸਨੂੰ ਪੂਰਨ ਦੇ ਦਿੱਤਾ ਜਾਵੇ। ਪ੍ਰਸ਼ਨ ਨੰਬਰ 7 ਹੈ, ਇੱਛਰਾਂ ਨੇ ਪੂਰਨ ਭਗਤ ਨੂੰ ਕਿਵੇਂ ਪਛਾਣਿਆ?
ਤਾਂ ਇਸ ਦਾ ਉੱਤਰ ਹੈ ਵਿਦਿਆਰਥੀਓ, ਅਸੀਂ ਪਾਠ ਵਿੱਚ ਪੜ੍ਹਿਆ ਹੈ, ਜਦੋਂ ਪੂਰਨ ਦੀ ਆਵਾਜ਼ ਇੱਛਰਾਂ ਨੇ ਸੁਣੀ ਤਾਂ ਉਸਨੂੰ ਪਛਾਣ ਲਿਆ ਅਤੇ ਉਸ ਸਮੇਂ ਉਸ ਦੀਆਂ ਅੱਖਾਂ ਦੀ ਰੋਸ਼ਨੀ ਵੀ ਵਾਪਸ ਆ ਗਈ। ਲੂਣਾ ਨੂੰ, ਪ੍ਰਸ਼ਨ ਨੰਬਰ 8 ਹੈ, ਲੂਣਾ ਨੂੰ ਪੂਰਨ ਭਗਤ ਨੇ ਕੀ ਅਸ਼ੀਰਵਾਦ ਦਿੱਤਾ? ਤਾਂ ਲੂਣਾ ਨੂੰ ਪੂਰਨ ਭਗਤ ਨੇ ਪੁੱਤਰ ਦਾ ਆਸ਼ੀਰਵਾਦ ਦਿੱਤਾ ਕਿ ਉਸਦੇ ਘਰ ਪੁੱਤਰ ਹੋਵੇਗਾ ਅਤੇ ਉਹ ਬਹੁਤ ਸੂਰਬੀਰ ਵੀ ਹੋਵੇਗਾ, ਅਤੇ ਉਹ ਪੁੱਤਰ ਬਾਅਦ ਵਿੱਚ ਰਾਜਾ ਰਸਾਲੂ ਹੋਇਆ। ਤਾਂ ਇਹ ਵਿਦਿਆਰਥੀਓ ਪ੍ਰਸ਼ਨ ਉੱਤਰ ਅਸੀਂ ਕਰ ਲਏ ਇਸ ਪਾਠ ਦੇ। ਉਮੀਦ ਹੈ ਤੁਹਾਨੂੰ ਇਹ ਪਾਠ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਵਿਦਿਆਰਥੀਓ, ਔਨਲਾਈਨ ਕਲਾਸਾਂ ਦੇ ਮਾਧਿਅਮ ਰਾਹੀਂ ਤੁਸੀਂ ਆਪਣੀ ਪੜ੍ਹਾਈ ਜਾਰੀ ਰੱਖੋ ਅਤੇ ਪ੍ਰੀਖਿਆ ਦੀ ਤਿਆਰੀ ਕਰਦੇ ਰਹੋ। ਮਿਲਦੇ ਹਾਂ ਅਗਲੇ ਵੀਡੀਓ ਦੇ ਵਿੱਚ। ਧੰਨਵਾਦ।